ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਨਾਲ ਸਤਿਗੁਰੂ ਦੇ ਦਰ 'ਤੇ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਦੀ ਬਾਣੀ ਦੁਆਰਾ ਗੁਰੂ ਦੇ ਦਰ ਜੁੜ ਕੇ ਵਾਹਿਗੁਰੂ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਦਿਆਂ ਸਮਝਾਉਂਦੇ ਨੇ ਕਿ ਜਿਨ੍ਹਾਂ ਉਸ ਵਾਹਿਗੁਰੂ ਨੂੰ ਜਾਣਿਆ ਉਹਨਾਂ ਦੇ ਕੋਲ ਪਰਮੇਸ਼ਰ ਨੂੰ ਬਿਆਨ ਕਰਨ ਦੇ, ਵਿਖਿਆਨ ਕਰਨ ਦੇ ਸ਼ਬਦ ਨਾ ਰਹੇ। ਉਹਨਾਂ ਦੀ ਹਾਲਤ ਸਤਿਗੁਰੂ ਕਹਿੰਦੇ ਐਸੀ ਹੋਈ ਜੈਸਾ ਕਿਸੇ ਗੂੰਗੇ ਨੇ ਗੁੜ ਖਾਇਆ ਹੋਵੇ, ਮਿੱਠਾ ਖਾਇਆ ਹੋਵੇ ਤੇ ਉਹ ਉਹਦਾ ਸਵਾਦ ਨਾ ਦੱਸ ਸਕੇ। ਸਤਿਗੁਰੂ ਕਹਿੰਦੇ ਵਾਹਿਗੁਰੂ ਨੂੰ ਜਿਨ੍ਹਾਂ ਨੇ ਜਾਣਿਆ ਉਹਨਾਂ ਦੀ ਹਾਲਤ ਗੂੰਗੇ ਜੈਸੀ ਹੈ। ਉਹ ਇਸ਼ਾਰਾ ਤਾਂ ਕਰਦੇ ਨੇ, ਜਿਵੇਂ ਗੂੰਗਾ ਆਦਮੀ ਬੋਲ ਨਹੀਂ ਸਕਦਾ ਪਰ ਇਸ਼ਾਰਾ ਕਰਦਾ। ਉਹ ਇਸ਼ਾਰਾ ਕਰਦਾ ਹੈ ਪਰ ਉਹਦਾ ਇਸ਼ਾਰਾ ਬਹੁਤੀ ਵੇਰਾਂ ਲੋਕ ਸਮਝ ਨਹੀਂ ਪਾਉਂਦੇ ਤੇ ਕਈ ਵਾਰਾਂ ਉਹਦੇ ਇਸ਼ਾਰੇ ਦਾ ਮਤਲਬ ਗਲਤ ਸਮਝ ਜਾਂਦੇ ਨੇ। ਇਸ ਲਈ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਾਣਿਆ, ਜਿਨ੍ਹਾਂ ਉਸ ਪਰਮੇਸ਼ਰ ਦਾ ਰਸ ਮਾਣਿਆ, ਜਿਨ੍ਹਾਂ ਉਸ ਵਾਹਿਗੁਰੂ ਨਾਲ ਸਾਂਝ ਪਾਈ, ਉਸ ਵਾਹਿਗੁਰੂ ਨੂੰ ਬਿਆਨ ਨਹੀਂ ਕਰ ਸਕੇ। ਤੇ ਸਤਿਗੁਰੂ ਕਹਿੰਦੇ ਇਹ ਵੀ ਗੱਲ ਹੈ ਕਿ ਵਾਹਿਗੁਰੂ ਦੀ ਖਬਰ, ਪਰਮੇਸ਼ਰ ਦੀ ਖਬਰ ਦਿੱਤੀ ਵੀ ਉਹਨਾਂ ਨੇ ਹੈ ਜਿਨ੍ਹਾਂ ਨੇ ਜਾਣਿਆ। ਜਿਨ੍ਹਾਂ ਨੇ ਜਾਣਿਆ ਨਹੀਂ, ਉਹਨਾਂ ਨੇ ਵਾਹਿਗੁਰੂ ਦੀ ਖਬਰ ਵੀ ਕੀ ਦੇਣੀ ਸੀ। ਇਹ ਗੱਲ ਜ਼ਰੂਰ ਹੈ ਕਿ ਉਹ ਕਦੇ ਨਹੀਂ ਇਹ ਕਹਿੰਦੇ ਕਿ ਅਸੀਂ ਉਸ ਨੂੰ ਜਾਣ ਲਿਆ। ਉਹ ਕਦੇ ਨਹੀਂ ਕਹਿੰਦੇ, ਪਰ ਉਸ ਵਾਹਿਗੁਰੂ ਦੇ ਦਰ ਦੀ ਖਬਰ ਵੀ ਉਹੀ ਦਿੰਦੇ ਨੇ, ਉਹਦਾ ਸੁਨੇਹਾ ਵੀ ਉਹੀ ਦਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਨੂੰ ਉਹੀ ਵਿਖਿਆਨ ਕਰੇ ਜਿਹੜਾ ਉਹਨੂੰ ਜਾਣਦਾ ਹੈ। ਜੇ ਉਸ ਨੂੰ ਜਾਣਦਾ ਤਾਂ, ਜੇ ਉਸ ਨੂੰ ਜਾਣਦਾ ਨਹੀਂ ਤਾਂ ਸਤਿਗੁਰੂ ਕਹਿੰਦੇ ਉਸ ਨੂੰ ਵਿਖਿਆਨ ਨਾ ਕਰੇ। ਜ਼ਿਆਦਾਤਰ ਲੋਕ ਉਹੀ ਵਾਹਿਗੁਰੂ ਨੂੰ ਵਿਖਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਵਾਹਿਗੁਰੂ ਨੂੰ ਜਾਣਦੇ ਨਹੀਂ। ਜਿਨ੍ਹਾਂ ਨੇ ਸਾਡੇ ਵਰਗਿਆਂ ਨੇ ਪੜ੍ਹ ਲਿਆ, ਸੁਣ ਲਿਆ, ਜਿਨ੍ਹਾਂ ਨੇ ਸ਼ਾਸਤਰਾਂ ਨੂੰ ਘੋਖ ਲਿਆ, ਉਪਨਿਸ਼ਦ ਪੜ੍ਹ ਲੈ, ਦਰਸ਼ਨ ਸ਼ਾਸਤਰ ਪੜ੍ਹ ਲੈ, ਹੋਰ ਗ੍ਰੰਥਾਂ ਦਾ ਅਧਿਐਨ ਕਰ ਲਿਆ, ਸਭ ਜਿੰਨੀਆਂ ਕਿਤਾਬਾਂ ਧਰਮ ਦੇ ਸੰਬੰਧ ਵਿੱਚ, ਪਰਮੇਸ਼ਰ ਦੇ ਸੰਬੰਧ ਵਿੱਚ ਪੜ੍ਹ ਲਈਆਂ, ਵਿਚਾਰ ਲਈਆਂ ਤੇ ਬਸ ਪੜ੍ਹ ਕੇ ਹੀ ਉਹ ਵਿਖਿਆਨ ਕਰਦੇ ਨੇ। ਪਰ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਜਾਣਿਆ ਨਹੀਂ। ਇਸ ਲਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣਾ ਪਿਆ, ਸਤਿਗੁਰੂ ਕਹਿੰਦੇ ਪੜ੍ਹ ਕੇ ਬੰਦੇ ਨੇ
ਆਪਣੇ ਸਿਰ ਦੇ ਉੱਤੇ ਬੋਝ ਤਾਂ ਲੱਦ ਲਿਆ ਵਿਦਿਆ ਦਾ, ਪਰ ਉਸ ਵਿਦਿਆ ਰਾਹੀਂ ਵਾਹਿਗੁਰੂ ਨੂੰ ਨਾ ਜਾਣਿਆ। ਧਰਮ ਗ੍ਰੰਥਾਂ ਦਾ ਅਧਿਐਨ ਕਰਕੇ ਧਰਮ ਗ੍ਰੰਥਾਂ ਨੂੰ ਤਾਂ ਜਾਣ ਲਿਆ, ਕਿਹੜੇ ਗ੍ਰੰਥ ਵਿੱਚ ਕੀ ਲਿਖਿਆ, ਉਪਨਿਸ਼ਦ ਵਿੱਚ ਕੀ ਹੈ, ਸ਼ਾਸਤਰਾਂ ਵਿੱਚ ਕੀ ਹੈ, ਨਿਆਏ ਸ਼ਾਸਤਰ ਵਿੱਚ ਕੀ ਹੈ, ਪੁਰਾਣਾਂ ਵਿੱਚ ਕੀ ਹੈ, ਸਭ ਜਾਣ ਤਾਂ ਲਿਆ, ਪਰ ਉਸ ਵਾਹਿਗੁਰੂ ਨੂੰ ਨਾ ਜਾਣਿਆ। ਤਾਂ ਸਤਿਗੁਰੂ ਕਹਿੰਦੇ ਇਹਦੇ ਨਾਲ ਕੀ ਹੋਇਆ? ਇਹਦੇ ਨਾਲ ਅਹੰਕਾਰ ਦਾ ਬੋਝ ਸਿਰ ਦੇ ਉੱਤੇ ਵੱਧ ਗਿਆ, ਅਹੰਕਾਰ ਦਾ ਭਾਰ ਕਿ ਮੈਂ ਇੰਨੇ ਗ੍ਰੰਥਾਂ ਨੂੰ ਪੜ੍ਹਿਆ, ਇੰਨੇ ਗ੍ਰੰਥਾਂ ਦਾ ਅਧਿਐਨ ਕੀਤਾ। ਸਤਿਗੁਰੂ ਕਹਿੰਦੇ ਇਸੇ ਅਹੰਕਾਰ ਦੇ ਵਿੱਚ ਬੰਦਾ ਮਰਦਾ ਹੈ। ਇਹਨਾਂ ਨੂੰ ਪੜ੍ਹ ਕੇ ਉਸ ਨੂੰ ਜਾਣਨਾ ਸੀ, ਉਹ ਜਾਣਿਆ ਨਹੀਂ, ਉਸ ਨੂੰ ਸਮਝ ਨਾ ਸਕਿਆ। ਸਤਿਗੁਰੂ ਬਾਣੀ ਅੰਦਰ ਸਮਝਾਉਂਦੇ, ਸਤਿਗੁਰੂ ਕਹਿੰਦੇ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਸਤਿਗੁਰੂ ਕਹਿੰਦੇ ਸਿਰਫ ਪੜ੍ਹਨ ਨਾਲ ਭੇਦ ਨਹੀਂ ਜੇ ਹਾਸਲ ਹੁੰਦਾ, ਸਿਰਫ ਪੜ੍ਹਨ ਨਾਲ। ਅਸੀਂ ਸਕੂਲਾਂ ਵਿੱਚ ਸਭ ਪੜ੍ਹਦੇ ਰਹੇ ਹਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ। ਕਿਤਾਬ ਨੂੰ ਪੜ੍ਹ ਕੇ ਛੱਡ ਦਿੱਤਾ ਕਿ ਉਹਦੇ ਨਾਲ ਗੱਲ ਬਣ ਜਾਂਦੀ ਹੈ। ਕੋਈ ਥਿਊਰੀ ਪੜ੍ਹ ਲਈ ਹੈ, ਉਹਨੂੰ ਪੜ੍ਹਿਆ ਤੇ ਪੜ੍ਹ ਕੇ ਛੱਡ ਦਿੱਤਾ, ਉਹਦੇ ਨਾਲ ਕੁਝ ਹੁੰਦਾ? ਬਿਲਕੁਲ ਵੀ ਨਹੀਂ। ਜੋ ਪੜ੍ਹਿਆ, ਜੋ ਲੈਸਨ ਪੜ੍ਹਿਆ, ਉਸ ਨੂੰ ਜਾਣਨਾ ਪੈਂਦਾ ਹੈ, ਉਹਨੂੰ ਸਮਝਣਾ ਪੈਂਦਾ ਹੈ, ਉਹਨੂੰ ਸਮਝ ਕੇ ਫਿਰ ਉਹਦੇ ਮੁਤਾਬਕ ਕੰਮ ਕਰਨਾ ਪੈਂਦਾ, ਉਹਨੂੰ ਅਪਣਾਉਣਾ ਪੈਂਦਾ, ਫਿਰ ਗੱਲ ਬਣਦੀ ਹੈ। ਪਰ ਇਹ ਦੁਨੀਆ ਐਸੀ ਹੈ, ਇਹ ਲੋਕ ਪੜ੍ਹ ਕੇ ਛੱਡ ਜਾਂਦੇ ਨੇ, ਬਸ ਪੜ੍ਹਿਆ ਤੇ ਛੱਡ ਦਿੱਤਾ। ਬਿਲਕੁਲ ਐਸਾ ਹੀ ਕਿ ਜਿਵੇਂ ਤੁਸੀਂ ਆਪਣੇ ਘਰ ਦੀ ਦੀਵਾਰ ਤੇ ਬਾਹਰਲੇ ਪਾਸੇ, ਸੜਕ ਵਾਲੇ ਪਾਸੇ ਹੋ ਸਕਦਾ ਲਿਖਿਆ ਹੋਵੇ ਕਿ ਇੱਥੇ ਪੋਸਟਰ ਲਾਉਣਾ, ਲਿਖਣਾ ਮਨ੍ਹਾ ਹੈ, ਪਰ ਲੋਕ ਪੜ੍ਹ ਕੇ ਫਿਰ ਵੀ ਉੱਥੇ ਪੋਸਟਰ ਲਾਈ ਜਾਂਦੇ ਨੇ। ਪੜ੍ਹਨ ਦੇ ਬਾਵਜੂਦ ਵੀ ਉਸ ਜਗ੍ਹਾ ਤੇ ਆਪਣਾ ਕੋਈ ਨਾ ਕੋਈ ਇਸ਼ਤਿਹਾਰ ਚਿਪਕਾ ਹੀ ਜਾਂਦੇ ਨੇ। ਦੁਨੀਆ ਐਸੀ ਹੀ ਹੈ, ਇਹ ਪੜ੍ਹ ਕੇ ਛੱਡ ਜਾਂਦੀ ਹੈ। ਸਤਿਗੁਰੂ ਕਹਿੰਦੇ ਸਭ ਆਪੋ ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹ ਰਹੇ ਨੇ, ਪਰ ਪੜ੍ਹ ਕੇ ਛੱਡ ਦਿੰਦੇ ਨੇ। ਪੜ੍ਹਦੇ ਜ਼ਰੂਰ ਨੇ, ਰੋਜ਼ ਸਵੇਰੇ ਸ਼ਾਮ ਪੜ੍ਹਦੇ ਨੇ, ਅਧਿਐਨ ਕਰਦੇ ਨੇ, ਪਰ ਕਰਕੇ ਛੱਡ ਦਿੰਦੇ ਨੇ। ਉਹਦੇ ਮੁਤਾਬਕ ਤੁਰਦੇ ਨਹੀਂ, ਉਹਦੇ ਮੁਤਾਬਕ ਚੱਲਦੇ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਵਾਹਿਗੁਰੂ ਨੂੰ ਉਹੀ ਵਿਖਿਆਨ ਕਰੇ ਜਿਹੜਾ ਉਸ ਨੂੰ ਜਾਣਦਾ ਹੈ। ਕਰੇ ਵਿਖਿਆਨ ਜਾਣੈ ਜੇ ਕੋਈ। ਜੇ ਕੋਈ ਉਸ ਵਾਹਿਗੁਰੂ ਨੂੰ ਜਾਣਦਾ ਹੈ ਤਾਂ ਉਹਦਾ ਵਿਖਿਆਨ ਕਰੇ, ਉਸ ਪਰਮੇਸ਼ਰ ਬਾਰੇ ਦੱਸੇ, ਉਸ ਵਾਹਿਗੁਰੂ ਬਾਰੇ। ਪਰ ਜੇ ਜਾਣਦਾ ਹੀ ਨਹੀਂ ਤਾਂ ਸਤਿਗੁਰੂ ਕਹਿੰਦੇ ਫੇਰ ਨਾ ਕੁਝ ਕਹੇ। ਜੇ ਕੁਝ ਨਹੀਂ ਜਾਣਦਾ ਉਹਦੇ ਬਾਰੇ ਤਾਂ ਕੁਝ ਕਹੇ ਨਾ, ਕਿਉਂਕਿ ਉਹਦਾ ਇਹ ਕਹਿਣਾ ਝੂਠ ਹੋਵੇਗਾ। ਬੇਸ਼ੱਕ ਉਹ ਕਿਸੇ ਗ੍ਰੰਥ ਵਿੱਚੋਂ ਪੜ੍ਹ ਕੇ ਸੱਚੀ ਗੱਲ ਵੀ ਕਹਿ ਰਿਹਾ ਹੋਵੇ, ਉਹ ਤਾਂ ਵੀ ਝੂਠੀ ਹੈ, ਕਿਉਂਕਿ ਉਸ ਦੇ ਆਪਣੇ ਅਨੁਭਵ ਦੀ ਨਹੀਂ ਹੈ, ਉਹ ਕਿਸੇ ਹੋਰ ਦਾ ਅਨੁਭਵ ਹੈ, ਉਹ ਕਿਸੇ ਹੋਰ ਦੀ ਗੱਲ ਹੈ, ਬੋਲਣ ਵਾਲੇ ਦੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਕੋਈ ਜਾਣਦਾ ਹੈ ਤਾਂ ਬਿਆਨ ਕਰੇ, ਨਹੀਂ ਜਾਣਦਾ ਤਾਂ ਚੁੱਪ ਰਹਿ ਜਾਵੇ, ਕੋਈ ਗੱਲ ਨਹੀਂ। ਇਸ ਗੱਲ ਨੂੰ ਕਹਿ ਦੇਣਾ, ਐਕਸੈਪਟ ਕਰ ਲੈਣਾ ਕਿ ਮੈਂ ਨਹੀਂ ਜਾਣਦਾ, ਇਹਦੇ ਵਿੱਚ ਭਲਾ ਹੈ। ਤੇ ਝੂਠ ਬੋਲ ਦੇਣਾ, ਆਪਣੇ ਤਰਫੋਂ ਕੁਛ ਨਾ ਕੁਛ ਕਹਾਣੀ ਬਣਾ ਕੇ ਕਹਿ ਦੇਣਾ
ਕੁਝ ਨਾ ਕੁਝ ਸਾਧਨਾ ਦੱਸ ਦੇਣੀ, ਇਹ ਠੀਕ ਨਹੀਂ, ਇਹ ਚਲਾਕੀ ਠੀਕ ਨਹੀਂ। ਜਿਹਦਾ ਖੁਦ ਨੂੰ ਅਨੁਭਵ ਨਹੀਂ ਹੈ ਉਹਦੇ ਬਾਰੇ ਦੂਸਰੇ ਨੂੰ ਦੱਸਣਾ, ਸਤਿਗੁਰੂ ਕਹਿੰਦੇ ਇਹ ਠੀਕ ਨਹੀਂ ਹੈ। ਇਸ ਲਈ ਜਿਹੜਾ ਉਸ ਨੂੰ ਜਾਣਦਾ, ਸਤਿਗੁਰੂ ਕਹਿੰਦੇ ਉਹੀ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀਂਦਾ ਹੈ। ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ। ਉਹੀ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀਂਦਾ ਹੈ। ਉਸੇ ਨੂੰ ਪਰਮੇਸ਼ਰ ਦਾ ਨਾਮ ਅੰਮ੍ਰਿਤ ਮਿਲਦਾ ਹੈ। ਉਹਦਾ ਨਾਮ ਅੰਮ੍ਰਿਤ ਉਸੇ ਨੂੰ ਹਾਸਲ ਹੁੰਦਾ ਹੈ ਜਿਸ ਨੇ ਉਸ ਨੂੰ ਜਾਣ ਲਿਆ, ਜਿਹਦੀ ਵਾਹਿਗੁਰੂ ਨਾਲ ਸਾਂਝ ਪੈ ਗਈ, ਜਿਹੜਾ ਪਰਮੇਸ਼ਰ ਨਾਲ ਜੁੜ ਗਿਆ, ਜਿਹਦੀ ਸੁਰਤੀ, ਜਿਹਦੀ ਬਿਰਤੀ, ਜਿਹਦਾ ਮਨ, ਜਿਹਦਾ ਤਨ, ਅੰਤਰ ਆਤਮਾ ਵਾਹਿਗੁਰੂ ਨਾਲ ਜੁੜ ਗਈ। ਸਤਿਗੁਰੂ ਕਹਿੰਦੇ ਉਸੇ ਨੇ ਨਾਮ ਅੰਮ੍ਰਿਤ ਨੂੰ ਪੀਤਾ, ਜਿਹੜਾ ਉਹਦੇ ਵਿੱਚ ਲੀਨ ਹੋ ਗਿਆ। ਉਸ ਤੋਂ ਬਿਨਾਂ ਕੋਈ ਦੂਸਰਾ ਇਸ ਅੰਮ੍ਰਿਤ ਨੂੰ ਹਾਸਲ ਹੀ ਨਹੀਂ ਕਰ ਪਾਉਂਦਾ। ਉਹੀ ਕਰਦਾ ਜਿਹੜਾ ਉਹਨੂੰ ਜਾਣਦਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਉਸ ਨੂੰ ਜਾਣ, ਉਸ ਨੂੰ ਜਾਣ ਕਿ ਉਹ ਕਣ ਕਣ ਵਿੱਚ ਵਸਦਾ ਹੈ। ਉਹਨੂੰ ਜਾਣ, ਉਹ ਮੇਰੇ ਅੰਦਰ, ਉਹ ਦੂਸਰਿਆਂ ਅੰਦਰ, ਉਹ ਸਭ ਦੇ ਅੰਦਰ ਵਸਦਾ ਹੈ। ਉਸ ਨੂੰ ਪਹਿਚਾਨਣ ਦਾ ਯਤਨ ਕਰ, ਉਸ ਨੂੰ ਪਹਿਚਾਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਚਨ ਹੈ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਇਵੇਂ ਬੰਦੇ ਦੇ ਅੰਦਰ ਵਸਦਾ ਹੈ ਜਿਵੇਂ ਸ਼ੀਸ਼ੇ ਦੇ ਵਿੱਚ ਬੰਦੇ ਦੀ ਪਰਛਾਈ ਵਸਦੀ ਹੈ। ਇਸ ਲਈ ਪਹਿਚਾਨ ਆਪਣੇ ਆਪ ਦੇ ਅੰਦਰੋਂ। ਤੂੰ ਉਸ ਨੂੰ ਲੱਭਦਾ ਫਿਰਦਾ ਜੰਗਲ ਵਿੱਚੋਂ, ਤੂੰ ਉਸ ਨੂੰ ਲੱਭਦਾ ਫਿਰਦਾ ਪੇੜ ਪੌਦਿਆਂ ਵਿੱਚੋਂ, ਤੂੰ ਉਸ ਨੂੰ ਲੱਭਦਾ ਫਿਰਦਾ ਇੱਧਰੋਂ ਉੱਧਰੋਂ ਪਹਾੜਾਂ ਵਿੱਚੋਂ। ਸਤਿਗੁਰੂ ਕਹਿੰਦੇ ਵਸਦਾ ਉਹ ਸਭ ਥਾਂ ਹੀ ਹੈ, ਪਰ ਇੰਜ ਨਹੀਂ ਜੇ ਲੱਭਦਾ। ਕਾਹੇ ਰੇ ਮਨ ਖੋਜਨ ਜਾਈ। ਸਤਿਗੁਰੂ ਕਹਿੰਦੇ ਤੂੰ ਕਿਉਂ ਮਨ ਖੋਜਦਾ ਫਿਰਦਾ? ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਵਾਹਿਗੁਰੂ ਸਰਬ ਨਿਵਾਸੀ, ਸਦਾ ਅਲੇਪ, ਸਭ ਦੇ ਵਿੱਚ ਵਸਦਾ ਹੋਇਆ ਵੀ ਸਭ ਤੋਂ ਨਿਰਲੇਪ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਮੁੱਕਰ ਮਾਹੇ ਜੈਸੇ। ਸਤਿਗੁਰੂ ਕਹਿੰਦੇ ਜਿਵੇਂ ਮੁੱਕਰ ਦੇ ਵਿੱਚ, ਸ਼ੀਸ਼ੇ ਦੇ ਵਿੱਚ ਪਰਛਾਵਾਂ ਵਸਦਾ ਹੈ। ਉਹ ਮੱਧ ਜਿਉ ਵਾਸ ਵਸਤ ਹੈ, ਮੁੱਕਰ ਮਾਹੇ ਜੈਸੇ ਛਾਈ। ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਵਸਦੀ ਹੈ, ਜਿਵੇਂ ਸ਼ੀਸ਼ੇ ਦੇ ਵਿੱਚ ਸਾਡੀ ਪਰਛਾਈ ਵਸਦੀ ਹੈ। ਉਹ ਮੱਧ ਜਿਉ ਵਾਸ ਵਸਤ ਹੈ, ਮੁੱਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਬੰਦੇ ਦੇ ਅੰਦਰ ਵਸਦਾ ਹੈ। ਇਸ ਲਈ ਇਹ ਭਾਈ ਉਸ ਨੂੰ ਆਪਣੇ ਘਟ ਵਿੱਚ, ਆਪਣੇ ਅੰਦਰ ਹੀ ਖੋਜੋ, ਉਸ ਨੂੰ ਆਪਣੇ ਅੰਦਰ ਹੀ ਜਾਣੋ, ਉਸ ਨੂੰ ਅੰਦਰੋਂ ਹੀ ਲੱਭੋ। ਇਸ ਲਈ ਸਤਿਗੁਰੂ ਸਮਝਾਉਂਦੇ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ। ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਸੁੱਝਦਾ, ਗੁਰੂ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਜਦੋਂ ਤੱਕ ਬੰਦਾ ਆਤਮ ਨੂੰ ਨਹੀਂ ਖੋਜਦਾ, ਖੁਦ ਨੂੰ ਨਹੀਂ ਖੋਜਦਾ, ਉਦੋਂ ਤੱਕ ਮਨ ਦੇ ਅੰਦਰ ਪਏ ਹੋਏ ਭਰਮਾਂ ਦੀ ਜਿਹੜੀ ਕਾਈ ਹੈ ਨਾ, ਜਿਵੇਂ ਪਾਣੀ ਦੇ ਵਿੱਚ ਕਾਈ ਜੰਮ ਜਾਂਦੀ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਦੋਂ ਤੱਕ ਬੰਦਾ ਆਪਣੇ ਆਪੇ ਨੂੰ ਨਹੀਂ ਖੋਜਦਾ, ਉਦੋਂ ਤੱਕ ਇਹਦੇ ਮਨ ਦੇ ਵਿੱਚ ਜੰਮੀ ਹੋਈ ਕਾਈ ਉਹ ਮਿਟਦੀ ਨਹੀਂ, ਉਹ ਦੂਰ ਨਹੀਂ ਹੁੰਦੀ। ਇਸ ਲਈ ਸਤਿਗੁਰੂ ਕਹਿੰਦੇ ਆਤਮ ਨੂੰ ਚੀਨ, ਉਸ ਨੂੰ ਜਾਣ, ਕਣ ਕਣ ਵਿੱਚ ਵਸਦੇ ਨੂੰ ਉਸ ਨੂੰ ਪਹਿਚਾਣ। ਜਦੋਂ ਉਸ ਨੂੰ ਜਾਣੇਗਾ, ਜਦੋਂ ਉਸ ਵਾਹਿਗੁਰੂ ਨੂੰ ਪਹਿਚਾਣੇਗਾ, ਫਿਰ ਉਹਦਾ ਨਾਮ ਅੰਮ੍ਰਿਤ ਹਾਸਲ ਹੋਵੇਗਾ। ਜਿਨ੍ਹਾਂ ਨੂੰ ਸਤਿਗੁਰੂ ਕਹਿੰਦੇ ਨਾਮ ਅੰਮ੍ਰਿਤ ਮਿਲ ਗਿਆ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣਿਆ ਤੇ ਵਖਿਆਣਿਆ, ਉਹਨਾਂ ਦਾ ਕਰਮ, ਉਹਨਾਂ ਦੀ ਕਰਮ ਕਰਤੂਤ
सतगुरु कहते इस संसार अंदर विस्तृत होंदी है। कर्म करतूत बेल विस्तारी। कर्म करतूत उन्हां दी जो कर्म करतूत है, जो उन्हां दे जीवन दा कर्म है, कर्मां दी बेल उहदा जगत विच बड़ा विस्तार होया। उन्हां दा आचरण, उन्हां दा उच्चा सुच्चा जीवन सतगुरु कहते जगत दे विच विस्तृत होया। जिवें बेल वधी है तो वह बहुत फैलरदी है आले दुआले, उहदा विस्तार हुंदा है, आले दुआले नूं वधदी जांदी है, फैलदी जांदी। सतगुरु कहते ऐसा ही जदों बंदा वाहिगुरू दे नाम नाल जुड़दा है, परमेश्वर दे नाम नाल जुड़दा है, तां इहदे चंगे कर्म फैलदे ने। बेल वांगू उहदा विस्तार हुंदा है। कर्म करतूत बेल विस्तारी। साडे कर्मां तो पता चल जांदा है कि साडे अंदर की है। साडे कर्म तो पता लग जांदा है साडे आचरण दा। असीं किस भावना नाल कर्म करदे हां, साडी भावना की है किसी कर्म नूं करन लग्गिआं, ते साडे उस कर्म तो बहुत कुछ पता लग जाता है। इसलिए सतगुरु कहते जदों कर्मां दी ये बेल, ये कर्म करतूत दी बेल विस्तृत हुंदी है, तदों राम नाम फल हुआ। फिर वाहिगुरू दे नाम दा फल हुंदा है, नाम दा फल लगदा है। राम नाम फल हुआ, वाहिगुरू दे नाम दा फल लगा। फल लगेगा जदों साडे कर्म सवर जांदे ने, जदों साडा संसार विच विचरना सवर जांदा है, लोकां दे नाल, दूसरियां दे नाल साडा वरतो विहार बदल जांदा है। ख्याल रखना, अपने तो वड्डे नाल वरतो विहार उहदे विच अते अपने तो छोटे नाल वरतो विहार विच अंतर हुंदा है। मेरे अहुदे नालों वड्डा जिहदा अहुदा है, ਉਹਦੇ ਨਾਲ ਸਾਡਾ ਵਰਤੋਂ ਵਿਹਾਰ ਥੋੜਾ ਆਦਰ ਵਾਲਾ, ਰਿਸਪੈਕਟ ਵਾਲਾ ਹੁੰਦਾ ਹੈ। ਜਿਹੜਾ ਸਾਡੇ ਤੋਂ ਛੋਟੇ ਅਹੁਦੇ ਵਾਲਾ ਹੁੰਦਾ ਹੈ, ਨੀਵਾਂ ਹੁੰਦਾ ਹੈ, ਉਹਦੇ ਨਾਲ ਸਾਡਾ ਵਿਹਾਰ ਰਿਸਪੈਕਟ ਵਾਲਾ, ਆਦਰ ਵਾਲਾ ਬਹੁਤ ਘੱਟ ਚਾਂਸ ਹੈ ਕਿ ਆਦਰ ਵਾਲਾ ਹੋਵੇ। ਇਸ ਲਈ ਜਦੋਂ ਸਤਿਗੁਰੂ ਕਹਿੰਦੇ ਬੰਦੇ ਦਾ ਵਿਵਹਾਰ ਇੱਕੋ ਜਿਹਾ ਹੋ ਜਾਂਦਾ ਹੈ ਸਭ ਨਾਲ, ਚਾਹੇ ਕੋਈ ਆਪਣੇ ਤੋਂ ਨੀਵਾਂ ਹੋਵੇ, ਚਾਹੇ ਕੋਈ ਆਪਣੇ ਤੋਂ ਉੱਚਾ ਹੋਵੇ, चाहे कोई अपने बराबर होवे, उहदा सब नाल व्यवहार इक्को जिहा, उहदा कर्म सब लई इक्को जिहा। सतगुरु कहंदे फिर राम नाम फल हुआ, फिर वाहिगुरू दे नाम दा फल प्राप्त हुंदा है। फिर राम नाम फल मिलदा है। तिस रूप ना रेख अनाहद वाजै। ओ वाहिगुरू जिहदा कोई रूप नहीं, कोई रेख नहीं, शब्द निरंजन किया, उस माया दी कालख तो रहत वाहिगुरू ने कृपा करके अपने शब्द दा, अपने नाम दा प्रवाह मेरे अंदर लगातार चला दिता, जिहदा कोई रूप रेख नहीं बयान किया जा सकता, जिहदा कोई रूप रेख दस्या नहीं जा सकता। वाहिगुरू ने कृपा करके मेरे अंदर अनाहद साज वजा दिता। अनाहद वाजै, ते स्वरूप ना रेख अनाहद वाजै। सतगुरु कहते उस वाहिगुरू दा शब्द, उहदा नाम, जिहदा कोई रूप नहीं, कोई रेख नहीं, अनाहद लगातार वो चल पिया मेरे मन अंदर, लगातार उहदा प्रवाह चल पिया। हर वेले हुण वाहिगुरू दा नाम मेरे अंदर चलदा रहिंदा है, हर वेले उहदी ही धुन रहिंदी है। सतगुरु कहते ऐसी उस वाहिगुरू ने रहमत कर दी, शब्द निरंजन किया, उस वाहिगुरू ने ऐसा शब्द कर दिता मन अंदर। इसलिए सतगुरु कहते करे वख्याण जाने जे कोई, जे कोई उसनूं जानदा है तां उहदा वख्याण करे, ते ओही अमृत पीवै सोई, ओही अमृत नूं पींदा है, ओही नाम अमृत नूं हासिल करदा है।
ਜਿਹੜਾ ਉਸ ਨੂੰ ਜਾਣਦਾ ਹੈ। ਰਹਾਓ ਜਿਨ ਪੀਆ ਸੇ ਮਸਤ ਪਏ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀਤਾ, ਸਤਿਗੁਰੂ ਕਹਿੰਦੇ ਉਹ ਮਸਤ ਹੋ ਗਏ। ਉਹਨਾਂ ਨੂੰ ਮਸਤੀ ਛਾ ਗਈ। ਇੱਕ ਮਸਤੀ, ਇਸ ਮਸਤੀ ਨੂੰ ਬਿਆਨ ਕਰਨਾ ਥੋੜਾ ਔਖਾ ਹੈ, ਕਿਉਂਕਿ ਇਹ ਮਸਤੀ ਕੋਈ ਦੁਨਿਆਵੀ ਮਸਤੀ ਵਰਗੀ ਨਹੀਂ ਹੈ। ਇਹ ਦੌਲਤ ਦੀ ਮਸਤੀ ਨਹੀਂ ਹੈ, ਇਹ ਸ਼ੌਹਰਤ ਦੀ ਮਸਤੀ ਨਹੀਂ ਹੈ। ਕਿਉਂਕਿ ਜਦੋਂ ਬੰਦੇ ਕੋਲ 4 ਪੈਸੇ ਆਉਂਦੇ ਨੇ, ਉਹਦੇ ਘਰ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਤਾਂ ਉਹ ਮਸਤ ਹੋਣ ਵਾਸਤੇ ਸ਼ਰਾਬ ਦੀ ਵਰਤੋਂ ਕਰਦਾ, ਨਸ਼ੇ ਦੀ ਵਰਤੋਂ ਕਰਦਾ, ਤੇ ਫਿਰ ਉਹ ਮਸਤ ਹੁੰਦਾ। ਤੇ ਉਹਦੀ ਇਹ ਮਸਤੀ ਝੂਠੀ ਹੈ, ਕਿਉਂਕਿ ਜਿਵੇਂ ਹੀ ਨਸ਼ਾ ਉਤਰੇਗਾ ਉਹਦੀ ਮਸਤੀ ਵੀ ਜਾਂਦੀ ਰਹੇਗੀ। ਜਿਵੇਂ ਹੀ ਸੁੱਖ ਦੁੱਖ ਵਿੱਚ ਤਬਦੀਲ ਹੋ ਜਾਏਗਾ ਉਹਦੀ ਮਸਤੀ ਵੀ ਗੁੰਮ ਜਾਏਗੀ। ਇਸ ਲਈ ਇਹ ਝੂਠਾ ਹੈ। ਪਰ ਜਿਸ ਮਸਤੀ ਦੀ ਗੱਲ ਇੱਥੇ ਸਤਿਗੁਰੂ ਕਰਦੇ ਨੇ, ਇਹ ਮਸਤੀ ਉਸ ਵਾਹਿਗੁਰੂ ਦੇ ਨਾਮ ਦੀ ਜੋ ਹਰ ਵੇਲੇ ਚੜੀ ਰਹਿੰਦੀ ਹੈ, ਜਿਹਨੂੰ ਕਿਹਾ ਜਾਂਦਾ ਹੈ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਜਿਹੜੀ ਦਿਨ ਰਾਤ ਚੜੀ ਰਹਿੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਜਿਨ ਪੀਆ ਸੇ ਮਸਤ ਪਏ ਹੈ, ਟੂਟੇ ਬੰਧਨ ਫਾਹੇ। ਮਾਇਆ ਦੇ ਬੰਧਨ, ਮਾਇਆ ਦੇ ਫਾਹੇ ਉਹਨਾਂ ਦੇ ਟੁੱਟ ਗਏ। ਸਤਿਗੁਰੂ ਕਹਿੰਦੇ ਮਾਇਆ ਦੇ ਫਾਹੇ ਟੁੱਟ ਗਏ ਉਹਨਾਂ ਦੇ। ਟੂਟੇ ਬੰਧਨ ਫਾਹੇ, ਜਿਹੜੇ ਗਲ ਨੂੰ ਪਏ ਹੋਏ ਸਨ ਮਾਇਆ ਦੇ ਫਾਹੇ, ਉਹ ਟੁੱਟ ਗਏ ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਪੀਤਾ, ਜਿਨ੍ਹਾਂ ਨੂੰ ਉਹਦੇ ਨਾਮ ਦੀ ਮਸਤੀ ਛਾ ਗਈ। ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਜਦੋਂ ਵਾਹਿਗੁਰੂ ਦੀ ਜੋਤ ਦੇ ਵਿੱਚ ਜੋਤ ਸਮਾ ਗਈ, ਜੋਤੀ ਜੋਤ ਸਮਾਣੀ ਭੀਤਰ, ਜਦੋਂ ਜੋਤ ਹਿਰਦੇ ਵਿੱਚ ਸਮਾ ਗਈ ਵਾਹਿਗੁਰੂ ਦੀ, ਜਦੋਂ ਵਾਹਿਗੁਰੂ ਨਾਲ ਸਾਂਝ ਪੈ ਗਈ, ਸਤਿਗੁਰੂ ਕਹਿੰਦੇ ਫਿਰ ਛੋਡੇ ਮਾਇਆ ਕੇ ਲਾਹੇ, ਫਿਰ ਮਾਇਆ ਦੇ ਲਾਲਚ ਉਹ ਛੁੱਟ ਗਏ। ਇਸ ਮਨ ਨੇ ਫਿਰ ਮਾਇਆ ਦੇ ਸਾਰੇ ਲਾਲਚ ਛੱਡ ਦਿੱਤੇ। ਜਦੋਂ ਤੱਕ ਉਸ ਵਾਹਿਗੁਰੂ ਨਾਲ ਸਾਂਝ ਨਹੀਂ ਨਾ ਪੈਂਦੀ, ਉਦੋਂ ਤੱਕ ਮਾਇਆ ਦੇ ਲਾਲਚਾਂ ਵਿੱਚ ਬੰਦਾ ਫਸਿਆ ਰਹਿੰਦਾ ਹੈ। ਉਦੋਂ ਤੱਕ ਮਾਇਆ ਦੇ ਲੋਭ ਮਨ ਨੂੰ ਸਤਾਉਂਦੇ ਰਹਿੰਦੇ ਨੇ। ਮਨ ਉਹਨਾਂ ਦੇ ਲੋਭ ਦੇ ਕਾਰਨ ਉਹਨਾਂ ਦੇ ਮਗਰ ਭੱਜਦਾ ਹੈ। ਸਤਿਗੁਰੂ ਕਹਿੰਦੇ ਛੋਡੇ ਮਾਇਆ ਕੇ ਲਾਹੇ, ਛੱਡ ਦਿੱਤੇ ਸਭ ਲਾਹੇ, ਸਭ ਲਾਭ ਨੁਕਸਾਨ ਸਭ ਛੱਡ ਦਿੱਤੇ। ਹੁਣ ਮਾਇਆ ਦਾ ਨੁਕਸਾਨ ਹੋਵੇ ਚਾਹੇ ਲਾਭ, ਹੁਣ ਛੱਡ ਦਿੱਤਾ ਉਹਨੂੰ, ਕਿਉਂਕਿ ਨੁਕਸਾਨ ਵੀ ਪਕੜਦਾ ਹੈ ਤੇ ਲਾਭ ਵੀ ਪਕੜਦਾ ਹੈ। ਬੰਦਾ ਲਾਭ ਵਿੱਚ ਵੀ ਉਲਝ ਜਾਂਦਾ ਹੈ ਤੇ ਨੁਕਸਾਨ ਵਿੱਚ ਵੀ ਉਲਝ ਜਾਂਦਾ ਹੈ। ਸਤਿਗੁਰੂ ਕਹਿੰਦੇ ਜਦੋਂ ਹੁਣ ਜੋਤੀ ਵਾਹਿਗੁਰੂ ਵਿੱਚ ਮਿਲ ਗਈ, ਜਦੋਂ ਅੰਤਰ ਆਤਮਾ ਵਿੱਚ ਉਹ ਵਾਹਿਗੁਰੂ ਹੀ ਸਮਾ ਗਿਆ, ਤਾਂ ਫਿਰ ਹੁਣ ਮਾਇਆ ਦੇ ਘਾਟੇ ਵਾਧੇ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਹੁਣ ਦੁੱਖ ਵੀ ਮਿਲੇ ਤਾਂ ਵੀ ਸੁੱਖ ਜਾਪਦਾ ਹੈ। ਹੁਣ ਭੁੱਖ ਵਿੱਚ ਵੀ ਰਹਿਣਾ ਪਵੇ ਤਾਂ ਉਹ ਵੀ ਰੱਜ ਜਾਪਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ। ਹੁਣ ਦੁੱਖ ਵੀ ਸੁੱਖ ਜੈਸਾ ਜਾਪਦਾ ਹੈ, ਦੁੱਖ ਹੈ ਹੀ ਨਹੀਂ ਕਿਤੇ। ਇਸ ਲਈ ਸਤਿਗੁਰੂ ਸਮਝਾਉਂਦੇ ਉਹੀ ਸਭ ਵਾਹਿਗੁਰੂ ਹੈ, ਮਾਇਆ ਦੇ ਸਭ ਘਾਟੇ ਵਾਧੇ ਛੁੱਟ ਗਏ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। हे ਸੱਚੇ ਪਾਤਸ਼ਾਹ, ਸਭ ਥਾਈਂ ਸਭ ਭਵਨਾਂ ਵਿੱਚ ਤੇਰੀ ਹੀ ਮਾਇਆ ਹੈ, ਵਾਹਿਗੁਰੂ ਦੀ ਹੀ ਮਾਇਆ ਹੈ ਸਭ ਥਾਈਂ, ਤੇ ਸਾਰਿਆਂ ਦੇ ਵਿੱਚ ਤੇਰਾ ਹੀ ਰੂਪ ਦੇਖਿਆ। ਸਰਬ ਜੋਤ ਰੂਪ ਤੇਰਾ ਦੇਖਿਆ, ਸਭ ਦੇ ਅੰਦਰ ਤੇਰੀ ਜੋਤ ਤੇ ਸਭ ਦੇ ਅੰਦਰ ਤੇਰਾ ਹੀ ਰੂਪ। ਸਭ ਦੇ ਅੰਦਰ ਤੂੰ ਹੀ ਸਮਾਇਆ, ਤੂੰ ਹੀ ਵਸਿਆ। ਜਿਨ੍ਹਾਂ ਨੇ ਸਭ ਦੇ ਅੰਦਰੋਂ ਉਸ ਵਾਹਿਗੁਰੂ ਦੀ ਜੋਤ ਨੂੰ ਜਾਣਿਆ, ਉਹਨਾਂ ਦੇ ਮਨ ਅੰਦਰੋਂ ਨਾ ਕੋ ਵੈਰੀ ਨਹੀਂ ਬੇਗਾਨਾ, ਐਸੀ ਭਾਵਨਾ ਉਹਨਾਂ ਦੇ ਮਨ ਅੰਦਰੋਂ ਪੈਦਾ ਹੋ ਗਈ। ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ, ਉਸ ਤੋਂ ਪਹਿਲਾਂ ਜਿਹੜੀ ਜੰਗ ਹੁੰਦੀ ਹੈ
उस जंग विच भाई कन्हैये दा जिक्र आउंदा है। चौथी आनंदपुर साहिब दी चौथी जंग दे विच कि भाई कन्हैया वो दुश्मन सिपाहियां नूं, मुगल सिपाहियां नूं, पहाड़ी सिपाहियां नूं पानी पिआउंदा है। मैदाने जंग विच जंग हो रही है, वो जख्मी होकर डिगदे ने, उन्हां दा मूँह सुकदा है तां उन्हां नूं पानी दिंदा है, सिखां नूं भी दिंदा है। सिखां ने शिकायत कर दित्ती उहदी कि इह दुश्मनां नूं पानी पिया के उन्हां नूं फिर लड़न जोगे कर दिंदा है, वो फिर साडे नाल लड़न वास्ते खड़े हो जांदे ने। सिखां ने उहदी शिकायत कीती। सिखां नूं लग्गिया सी कि शायद गुरु साहब इहनूं झिड़कणगे, इहनूं डांटणगे कि तूं ऐसा क्यों करदा है, कि साडे सिख किन्नी जद्दोजहद करके उन्हां नूं मारदे ने, उन्हां नूं सुੱਟਦੇ ने, ते तूं पानी पिया के फिर खड़े कर दिंदा है। सिखां नूं लग्गिया सी कि गुरु साहब नूं डांटणगे, झिड़कणगे। पर जदों गुरु साहब दे सामणे भाई कन्हैया आया, गुरु गोबिंद सिंह साहब महाराज जी ने उसनूं पुछया कि भाई तू सिखां नूं ते पानी पिआउंदा ही है, तू दूसरिਆਂ नूं भी, मुगल सिपाहियां नूं जां पहाड़ी सिपाहियां नूं भी पानी क्यों पिआउणा? तो भाई कन्हैये ने कहा, सच्चे पातशाह मैनूं उन्हां विच ते इन्हां विच कोई अंतर नज़र नहीं आउंदा, मैनूं कोई फर्क नज़र नहीं आउंदा, क्योंकि इन्हां दे विच भी मैनूं तू ही दिसदा है ते उन्हां विच भी मैनूं तू ही दिसदा है। मैनूं उन्हां विच भी वाहिगुरू दिसदा है ते इन्हां विच भी वाहिगुरू दिसदा है। तुहाडा ही बचन, तुहाडी ही बाणी पढ़ी है ते बाणी पढ़ के ये जाणिया है कि घट घट मैं हरजू वसै, कि सब दे विच ओही वसदा है। जिन्हों गुरु नानक साहब इत्थे कहंदे सर्ब जोत रूप तेरा देखिया, सगल भवन तेरी माया, कि सब थाई तेरा ही रूप, तेरी जोत, तू ही सब भवनां विच समाया होया, तेरी सब माया, तेरी सब खेड। तो सतगुरु ने कहा कि हुण तो तुसीं सिर्फ पानी नहीं पियाओगे, तुसीं अपने कोल मरम पट्टी भी रखो ते सब दी मरम पट्टी भी करना। पानी पियाउण दे नाल नाल दूसरिਆਂ दे ਜ਼ਖਮਾਂ ते मरम पट्टी भी करना। गुरु साहब जी दे कोलों उसने ऐसियां रहमतां हासिल कीतियां, इसलिए जिन्हां नूं ਉਹ ਵਾਹਿਗੁਰੂ दिस पिया कण कण विच, उन्हां दे मन अंदर ना कोई वैरी है ते ना ही कोई बेगाना है। उन्हां लई सब इक्को जिहा हो गए, सम दृष्टि उन्हां दी एक समान दृष्टि हो गई कि सब एक जिहा नज़र आउंदे ने। सतगुरु कहंदे रार है रूप निरालम बैठा। रार है मतलब राड़, झगड़ा, रार वो खत्म हो गई, मिट गया झगड़ा। जो मन का झगड़ा है ना कि ये अपना है, ये बगाना, आ जिहड़ी रार है, ये राड़ मिट गई, क्योंकि हुण वो वाहिगुरू ही दिस पिया कि सारियां दे विच तां उहदा ही रूप है। रार है रूप निरालम बैठा, सब झगड़ियां दे विच, सब झमेलियां विच परमात्मा ही वसिया होया, इधर भी ते उधर भी, दोनों पासे सब थाई उही। रार है रूप निरालम बैठा, नदर करे विच छाया। सतगुरु कहंदे ਜਿਹਦੇ ਤੇ ਉਹ ਨਦਰ ਕਰਦਾ ਹੈ ਉਸ ਨੂੰ ਵਾਹਿਗੁਰੂ ਦੀ ਹੀ ਛਾਇਆ ਦਿਸ ਪੈਂਦੀ ਕਿ ਸਭ ਥਾਈਂ ਪ੍ਰਮਾਤਮਾ ਦੀ ਹੀ ਛਾਇਆ ਹੈ, ਸਾਡੇ ਅੰਦਰ ਉਹੀ ਛਾਇਆ ਹੋਇਆ, ਸਮਾਇਆ ਹੋਇਆ ਹੈ। ਬੀਣਾ ਸ਼ਬਦ ਵਜਾਵੇ ਜੋਗੀ, ਦਰਸ਼ਨ ਰੂਪ ਅਪਾਰਾ। ਸਤਿਗੁਰੂ ਕਹਿੰਦੇ ਜੋਗੀ ਸ਼ਬਦ ਦੀ ਬੀਣਾ ਵਜਾਉਂਦਾ ਹੈ, ਸ਼ਬਦ ਦੀ ਬਾਂਸੁਰੀ। ਬੀਣਾ ਸ਼ਬਦ ਵਜਾਵੇ ਜੋਗੀ, दर्शन रूप अपारा। जिन्हां ने वाहिगुरू दे दर्शन नूं, उस परमात्मा दे रूप नूं जान लिया, दर्शन रूप परमेश्वर दा दर्शन, उस अपार वाहिगुरू दा दीदार कर लिया। सतगुरु कहंदे वो परमात्मा दी शब्द रूप बीणा जो उहदे मन विच वजदी है, शब्द दी बीणा, शब्द दी बांसुरी उहदे मन अंदर वजदी रहिंदी है। उहनूं ओंकार दी धुन कह लो,
ਉਹਨੂੰ ਓਮ ਦੀ ਧੁਨ ਕਹਿ ਲਓ, ਉਹਨੂੰ ਆਮੀਨ ਦੀ ਧੁਨ ਕਹਿ ਲਓ, ਕੁਛ ਵੀ। ਉਹ ਧੁਨ, ਉਹ ਬੀਣਾ ਹਰ ਵੇਲੇ ਵੱਜਦੀ ਹੈ। ਬੀਣਾ ਸ਼ਬਦ ਬਜਾਵੇ ਜੋਗੀ ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸਹੁ ਰਾਤਾ। ਜਿਹੜਾ ਉਸ ਅਨਾਹਦ ਸ਼ਬਦ ਵਿੱਚ ਜੁੜ ਗਿਆ, ਸਤਿਗੁਰੂ ਕਹਿੰਦੇ ਉਹ ਉਸ ਸਹੁ, ਉਸ ਵਾਹਿਗੁਰੂ ਦੇ ਵਿੱਚ ਰੰਗਿਆ ਗਿਆ। ਸ਼ਬਦ ਅਨਾਹਦ ਸੋ ਸਹੁ ਰਾਤਾ, ਨਾਨਕ ਕਹਿ ਵਿਚਾਰਾ। ਨਾਨਕ ਵਿਚਾਰਾ ਇਹ ਕਹਿੰਦਾ ਹੈ ਕਿ ਜਿਹਨੇ ਉਸ ਸ਼ਬਦ ਨਾਲ ਸਾਂਝ ਪਾ ਲਈ, ਉਹ ਆਪਣੇ ਪਤੀ ਪਰਮਾਤਮਾ ਦੇ ਵਿੱਚ ਰੰਗਿਆ ਗਿਆ। ਉਹ ਉਸ ਸਹੁ ਵਿੱਚ ਰੱਤਾ, ਉਹਦੇ ਵਿੱਚ ਰੰਗ ਗਿਆ। ਜਿਹਨੇ ਸ਼ਬਦ ਨਾਲ ਸਾਂਝ ਪਾਈ, ਜਿਹੜਾ ਅਨਾਹਦ ਸ਼ਬਦ ਨਾਲ ਜੁੜਿਆ, ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ, ਉਹਦੇ ਰੰਗ ਵਿੱਚ ਮਸਤ, ਉਹ ਬੇਪਰਵਾਹ ਮਾਇਆ ਵੱਲੋਂ। ਸਤਿਗੁਰੂ ਕਹਿੰਦੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ, ਇੱਥੋਂ ਤੱਕ ਕਿ ਉਹ ਮੌਤ ਦੀ ਵੀ ਪਰਵਾਹ ਨਹੀਂ ਕਰਦੇ। ਉੱਥੇ ਗੁਰੂ ਦੇ ਲਈ ਆਪਣਾ ਆਪਾ, ਆਪਣੀ ਜਿੰਦ ਵਾਰਨ ਲਈ ਵੀ ਤਿਆਰ ਹੈ। ਉਹ ਗੁਰੂ ਦੇ ਲਈ ਆਪਣਾ ਆਪਾ ਵਾਰਨ ਲਈ ਵੀ ਤਿਆਰ ਹੋ ਜਾਂਦੇ ਨੇ। ਇਸ ਲਈ ਉਹਨਾਂ ਗੁਰੂ ਕੇ ਸਿੱਖਾਂ, ਉਹਨਾਂ ਗੁਰੂ ਕੇ ਪਿਆਰਿਆਂ, ਉਹਨਾਂ ਗੁਰੂ ਕੇ ਸਾਹਿਬਜ਼ਾਦਿਆਂ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਇਸ ਲਈ ਕਰਦੇ ਕਿਉਂਕਿ ਉਹਦੇ ਰੰਗ ਵਿੱਚ ਰੰਗੇ ਹੋਏ, ਉਹਦੇ ਰੰਗ ਵਿੱਚ ਰੰਗ ਕੇ ਹੀ ਕੁਰਬਾਨੀ ਦਿੱਤੀ ਜਾ ਸਕਦੀ ਹੈ। ਤੁਸੀਂ ਕਈ ਵਾਰੀ ਦੇਖਿਆ ਹੋਣਾ ਜਾਂ ਸੁਣਿਆ ਹੋਵੇਗਾ ਕਿ ਜਦੋਂ ਕਿਸੇ ਦੀ ਬਲੀ ਦਿੱਤੀ ਜਾਂਦੀ ਨਾ, ਤਾਂ ਉਸ ਨੂੰ ਸੰਧੂਰ ਦੇ ਨਾਲ ਰੰਗ ਦਿੱਤਾ ਜਾਂਦਾ ਹੈ। ਅੱਜ ਵੀ ਕਈ ਹਿੰਦੂ ਮੰਦਰਾਂ ਦੇ ਵਿੱਚ ਜਦੋਂ ਨਾਰੀਅਲ ਨੂੰ ਭੰਨਿਆ ਜਾਂਦਾ ਹੈ ਨਾ ਮੂਰਤੀ ਦੇ ਅੱਗੇ, ਤਾਂ ਉਹਦੇ ਉੱਤੇ ਸੰਧੂਰ ਪਾ ਦਿੱਤਾ ਜਾਂਦਾ ਹੈ। ਸੰਧੂਰ ਪਾ ਕੇ ਫਿਰ ਉਸ ਨੂੰ ਭੰਨਿਆ ਜਾਂਦਾ ਹੈ, ਕਿਉਂਕਿ ਪਹਿਲਾਂ ਬਲੀਆਂ ਦਿੱਤੀਆਂ ਜਾਂਦੀਆਂ ਸੀ, ਫਿਰ ਬਾਅਦ ਵਿੱਚ ਬਲੀ ਦੀ ਜਗ੍ਹਾ ਨਾਰੀਅਲ ਆ ਗਿਆ। ਹੁਣ ਇਸ ਭਾਵ ਨੂੰ ਸਮਝੋ ਕਿ ਕੁਰਬਾਨ ਉਹੀ ਹੋ ਸਕਦਾ ਹੈ ਜਿਹੜਾ ਉਹਦੇ ਰੰਗ ਵਿੱਚ ਰੰਗਿਆ ਜਾਵੇ, ਜਿਹੜਾ ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ, ਉਹੀ ਕੁਰਬਾਨ ਹੋ ਸਕਦਾ। ਦੂਸਰਾ ਥੋੜੀ ਹੋ ਸਕਦਾ ਹੈ, ਦੂਸਰਾ ਨਹੀਂ ਹੋ ਸਕਦਾ। ਉਹ ਭੱਜ ਜਾਂਦੇ ਨੇ, ਉਹ ਦੌੜ ਜਾਂਦੇ ਨੇ। ਜਿਨ੍ਹਾਂ ਨੂੰ ਰੰਗ ਲੱਗਿਆ ਉਹ ਨਹੀਂ ਪਿੱਛੇ ਹਟਦਾ। ਇਸ ਲਈ ਜਿਨ੍ਹਾਂ ਨੂੰ ਰੰਗ ਲੱਗਿਆ ਉਹਨਾਂ ਦੀ ਹੀ ਅੱਜ ਸ਼ਹਾਦਤ ਦਾ ਦਿਨ ਹੈ। ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਤੇ ਗੁਰੂ ਸਾਹਿਬ ਜੀ ਦੇ 5 ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ, ਉਹ ਪਹਿਲੇ ਸਨ ਜਿਹੜੇ ਪਹਿਲੇ ਜਥੇ ਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਸਨ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਿਹੜਾ ਪਹਿਲਾ ਜਥਾ ਮੁਗਲ ਤੇ ਪਹਾੜੀ ਫੌਜਾਂ ਦੇ ਨਾਲ ਜੂਝਣ ਵਾਸਤੇ ਗੜੀ ਦੇ ਵਿੱਚੋਂ ਬਾਹਰ ਨਿਕਲਿਆ ਸੀ, ਉਸ ਪਹਿਲੇ ਜਥੇ ਵਿੱਚ ਭਾਈ ਹਿੰਮਤ ਸਿੰਘ ਸ਼ਾਮਲ ਸਨ। ਉਹਨਾਂ ਨੇ ਸ਼ਹਾਦਤ ਦਾ ਜਾਮ ਲਿਆ। ਫਿਰ ਉਸ ਤੋਂ ਬਾਅਦ ਹੋਰ ਗੁਰੂ ਕੇ ਸਿੱਖ ਸ਼ਹੀਦ ਹੋਏ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਉਹਨਾਂ ਨੇ ਗੁਰੂ ਸਾਹਿਬ ਦੇ ਕੋਲੋਂ ਗੜੀ ਤੋਂ ਬਾਹਰ ਜਾਣ ਦੀ ਇਜਾਜ਼ਤ ਮੰਗੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ, ਉਹਨਾਂ ਨੇ ਵੀ ਆਪਣੇ ਵੱਡੇ ਵੀਰ ਵਾਂਗ ਮੈਦਾਨੇ ਜੰਗ ਵਿੱਚ ਜਾਣ ਦੀ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ, ਆਪਣੇ ਹੱਥ ਦੇ ਵਿੱਚੋਂ ਆਪਣੇ ਕਮਰ ਕੱਸੇ ਦਾ ਸਤਿਗੁਰੂ ਨੇ ਇੱਕ ਕਟਾਰ ਉਹਨਾਂ ਨੂੰ ਬਖਸ਼ੀ, ਤੇ ਉਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਮੈਦਾਨੇ ਜੰਗ ਵਿੱਚ ਜੂਝੇ ਤੇ ਸ਼ਹਾਦਤ ਦਾ ਜਾਮ ਪੀਤਾ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਅੱਜ ਦੇ ਦਿਨ ਸਵੇਰ ਤੋਂ ਜੰਗ ਸ਼ੁਰੂ ਹੋਈ, ਕਿਉਂਕਿ ਰਾਤ 7 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਚਮਕੌਰ ਪਹੁੰਚਦੇ ਨੇ। ਚਮਕੌਰ ਸਾਹਿਬ ਸਾਰੀ ਰਾਤ ਗੁਰੂ ਸਾਹਿਬ ਜੀ ਦੇ ਜਿਹੜੇ ਸਿੱਖ ਸਨ ਉਹਨਾਂ ਨੇ ਆਰਾਮ ਕੀਤਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਧੀ ਰਾਤ ਨੂੰ ਉਹਨਾਂ ਨੂੰ ਆ ਕੇ ਵੇਖਦੇ ਨੇ ਕਿ ਕੱਲ ਨੂੰ ਇਹਨਾਂ ਸਾਰਿਆਂ ਨੇ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੇ ਜਾਣਾ। ਸਤਿਗੁਰੂ ਉਹਨਾਂ ਦੇ ਦਸਤਾਰਾਂ ਠੀਕ ਕਰਦੇ ਨੇ, ਉਹਨਾਂ ਦੇ ਸਿਰ ਨੂੰ ਪਲੋਸਦੇ ਨੇ, ਮੱਥੇ ਚੁੰਮਦੇ ਨੇ, ਤੇ ਫਿਰ ਅੱਜ ਦੇ ਦਿਨ ਸਵੇਰ ਤੋਂ ਜੰਗ ਆਰੰਭ ਹੁੰਦੀ, ਸ਼ਾਮ ਤੱਕ ਜੰਗ ਚੱਲਦੀ ਹੈ, ਤੇ ਇਸ ਮੈਦਾਨੇ ਜੰਗ ਦੇ ਅੰਦਰ ਗੁਰੂ ਕੇ ਸਿੱਖ ਬਹਾਦਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਆਪਣਾ ਆਪਾ
ਗੁਰੂ ਦੇ ਲੇਖੇ ਲਾ ਕੇ ਹਮੇਸ਼ਾ ਲਈ ਜਿਉਂਦੇ ਜੀ ਤਾਂ ਉਹ ਗੁਰੂ ਦੇ ਚਰਨਾਂ ਵਿੱਚ ਜੁੜੇ ਹੀ ਰਹੇ, ਮਰਨ ਤੋਂ ਬਾਅਦ ਵੀ ਉਹ ਹਮੇਸ਼ਾ ਲਈ ਗੁਰੂ ਦੇ ਚਰਨਾਂ ਵਿੱਚ ਹੀ ਸਮਾ ਗਏ। ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।